ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਰੂਬਰੂ ਨਹੀਂ ਹੋ ਸਕਿਆ ਔਰ ਇਹ ਸਾਡਾ ਸੰਪਰਕ ਇਸ ਕਰਕੇ ਸਥਾਪਿਤ ਨਹੀਂ ਹੋ ਸਕਿਆ ਕਿਉਂਕਿ ਗਲਾ ਕੁਝ ਨਾਸਾਜ਼ ਸੀ। ਕੋਸ਼ਿਸ਼ ਰਹੇਗੀ ਸਾਡੀ ਕਿ ਸਾਡਾ ਜਿਹੜਾ ਸੰਪਰਕ ਆ ਉਹ ਲਗਾਤਾਰ ਬਣਿਆ ਰਹੇ ਤਾਂ ਕਿ ਤੁਹਾਡੇ ਤੱਕ ਸੂਚਨਾਵਾਂ ਪਹੁੰਚਦੀਆਂ ਰਹਿਣ। ਇਹਨਾਂ ਦਿਨਾਂ ਦੇ ਦੌਰਾਨ ਹੀ ਮੇਰੀ ਕੁਝ ਲੋਕਾਂ ਦੇ ਨਾਲ ਗੱਲ ਹੋਈ। ਬੜੇ ਸਨਮਾਨਿਤ ਵਿਅਕਤੀ ਸੀ ਉਹ ਮੈਨੂੰ ਕਹਿਣ ਲੱਗ ਗਏ, ਕਹਿੰਦੇ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਰਕਾਰ ਦੀ ਬੜੀ ਆਲੋਚਨਾ ਕਰਦੇ ਹੋ, ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ, ਚਾਹੇ ਉਹ ਦਿੱਲੀ ਦੀ ਸਰਕਾਰ ਹੋਵੇ ਤੇ ਚਾਹੇ ਉਹ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ। ਕਹਿੰਦੇ ਸਰਕਾਰਾਂ ਕੋਈ ਚੰਗਾ ਕੰਮ ਵੀ ਤਾਂ ਕਰਦੀਆਂ ਹੀ ਹੋਣੀਆਂ, ਘੱਟੋ ਘੱਟ ਉਹਨਾਂ ਨੂੰ ਹਾਈਲਾਈਟ ਕਰਿਆ ਕਰੋ। ਤੁਸੀਂ ਉਹਨਾਂ ਨੂੰ ਹਾਈਲਾਈਟ ਨਹੀਂ ਕਰਦੇ, ਉਹ ਦਿਖਾਉਂਦੇ ਨਹੀਂ। ਤੇ ਮੇਰਾ ਉਹਨਾਂ ਨੂੰ ਇਹ ਜਵਾਬ ਸੀ ਕਿ ਸਰਕਾਰਾਂ ਅਸੀਂ ਚੁਣਦੇ ਹੀ ਇਸ ਕਰਕੇ ਆ, ਅਸੀਂ ਵੋਟਾਂ ਹੀ ਇਸ ਕਰਕੇ ਪਾਉਂਦੇ ਆ ਤਾਂ ਕਿ ਉਹ ਵਧੀਆ ਕੰਮ ਕਰਨ। ਉਹਨਾਂ ਨੂੰ ਹਰ ਤਰ੍ਹਾਂ ਦੀਆਂ ਫੈਸਿਲਿਟੀਜ਼ ਮਿਲਦੀਆਂ ਨੇ, ਭੱਤੇ ਮਿਲਦੇ ਨੇ, ਅਲਾਊਂਸਿਸ ਮਿਲਦੇ ਨੇ ਤਾਂ ਕਿ ਉਹ ਲੋਕਾਂ ਲਈ, ਲੋਕਾਂ ਦੇ ਭਲਾਈ ਲਈ ਵਧੀਆ ਕੰਮ ਕਰਨ। ਕੋਈ ਸਰਕਾਰ ਨਹੀਂ ਇਸ ਕਰਕੇ ਚੁਣਦਾ, ਚਾਹੇ ਉਹ ਐਮਐਲਏ ਹੋਵੇ, ਚਾਹੇ ਉਹ ਐਮਪੀ ਹੋਵੇ ਤੇ ਚਾਹੇ ਥੱਲੇ ਮਿਊਨਿਸਪਲ ਕਾਰਪੋਰੇਸ਼ਨਸ ਦੇ, ਕਾਉਂਸਲਸ ਦੇ, ਕਮੇਟੀਜ਼ ਦੇ ਕਾਉਂਸਲਰਸ ਹੋਣ। ਉਹਨਾਂ ਨੂੰ ਆਪਾਂ ਚੁਣਦੇ ਹੀ ਇਸ ਕਰਕੇ ਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਵਧੀਆ ਕੰਮ ਕਰਨ। ਤੇ ਜੇ ਵਧੀਆ ਆਪਣਾ ਕੰਮ ਨਹੀਂ ਕਰਨਗੇ ਤਾਂ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋਣਗੇ ਤੇ ਲੋਕਾਂ ਦੇ ਪ੍ਰਤੀ ਉਹ ਜਵਾਬਦੇਹ ਨਹੀਂ ਹੋਣਗੇ। ਜਿੱਥੋਂ ਤੱਕ ਮੀਡੀਆ ਦਾ ਕੰਮ ਆ, ਜਰਨਲਿਜ਼ਮ ਦਾ ਕੰਮ ਆ ਜਾਂ ਜਰਨਲਿਸਟ ਦਾ ਕੰਮ ਆ, ਉਹਨਾਂ ਨੇ ਤਾਂ ਸਰਕਾਰ ਨੂੰ ਅਲਰਟ ਰੱਖਣਾ ਤਾਂ ਕਿ ਉਹ ਹਮੇਸ਼ਾ ਆਪਣਾ ਕਾਨੂੰਨ ਦੇ ਹਿਸਾਬ ਦੇ ਨਾਲ, ਸੰਵਿਧਾਨ ਦੇ ਹਿਸਾਬ ਦੇ ਨਾਲ ਕੰਮ ਕਰਨ, ਲੋਕਾਂ ਦੀ ਭਲਾਈ ਦੇ ਕੰਮ ਕਰਨ। ਜਰਨਲਿਜ਼ਮ ਪ੍ਰੋ ਪੀਪਲ ਹੁੰਦਾ, ਲੋਕਾਂ ਦੇ ਲਈ ਹੁੰਦਾ ਔਰ ਸਰਕਾਰਾਂ ਦੇ ਲਗਭਗ ਖਿਲਾਫ ਹੀ ਹੁੰਦਾ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹਨਾਂ ਕੋਲੇ ਕਰੋੜਾਂ ਦਾ ਬਜਟ ਆ, ਆਪਣਾ ਜਿਹੜਾ ਭੋਪੂ ਆ ਜਾਂ ਜਿਹੜਾ ਆਪਣਾ ਪ੍ਰੋਪੇਗੈਂਡਾ ਉਸ ਬਜਟ ਨਾਲ ਕਰ ਲਿਆ ਕਰਨ। ਕਿਉਂਕਿ ਜੇ ਜਰਨਲਿਸਟ, ਅਖਬਾਰ, ਮੀਡੀਆ ਚੈਨਲਸ, ਡਿਜੀਟਲ ਮੀਡੀਆ ਲੋਕਾਂ ਦੇ ਮੁੱਦੇ ਨਹੀਂ ਉਠਾਊਗਾ, ਉਹਨਾਂ ਦੇ ਮੁੱਦੇ ਨਹੀਂ ਚੱਕੂਗਾ ਤੇ ਫਿਰ ਕੌਣ ਚੱਕੂਗਾ? ਪਿਛਲੇ ਲਗਭਗ 4-5 ਦਿਨਾਂ ਤੋਂ ਤੁਹਾਨੂੰ ਪਤਾ ਹੀ ਹੋਣਾ, ਰੈਵਨਿਊ ਮਹਿਕਮੇ ਦੇ ਵਿੱਚ, ਮਾਲ ਮਹਿਕਮੇ ਦੇ ਵਿੱਚ ਇੱਕ ਉਹ ਲਿਸਟ ਤੁਰੀ ਫਿਰਦੀ ਆ, ਸਾਰੇ ਸੋਸ਼ਲ ਮੀਡੀਆ 'ਤੇ ਤੁਰੀ ਫਿਰਦੀ ਆ। ਕਹਿੰਦੇ ਜੀ ਪੰਜਾਬ ਵਿਜੀਲੈਂਸ ਬਿਊਰੋ ਨੇ ਉਹ ਲਿਸਟ ਤਿਆਰ ਕੀਤੀ ਸੀ। ਇਹ ਉਹ ਅਫਸਰ ਨੇ ਜਿਨ੍ਹਾਂ ਨੇ ਕਹਿੰਦੇ ਜੀ ਭ੍ਰਿਸ਼ਟਾਚਾਰ ਕੀਤਾ ਜਾਂ ਜਿਹੜੇ ਕਰਪਟ ਨੇ। ਹੁਣ ਤੁਸੀਂ ਆਪ ਦੇਖੋ ਕਿ ਜੇ ਇਹ ਕਰਪਟ ਨੇ, ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਤੇ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਉਹ ਸਟ੍ਰਾਈਕ 'ਤੇ ਵੀ ਚਲੇ ਗਏ। ਪਤਾ ਇਹ ਲੱਗਾ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਇਹ ਸਾਰੀ ਲਿਸਟ ਤਿਆਰ ਕਰਕੇ ਭੇਜਤੀ, ਚੀਫ ਸੈਕਟਰੀ ਨੂੰ ਭੇਜਤੀ, ਪੰਜਾਬ ਦੇ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਨੂੰ ਭੇਜਤੀ ਤਾਂ ਕਿ, ਕਿਉਂਕਿ ਉਹ ਵਿਜੇ ਕੁਮਾਰ ਜੰਜੂਆ ਦੇ ਅਧੀਨ ਹੀ ਇਹ ਜਿਹੜਾ ਵਿਜੀਲੈਂਸ ਦਾ ਮਹਿਕਮਾ ਵੀ ਆਉਂਦਾ, ਤਾਂ ਕਿ ਉਹ ਉਸ ਤੇ ਕਾਰਵਾਈ ਕਰ ਸਕਣ। ਵਿਜੇ ਕੁਮਾਰ ਜੰਜੂਆ ਨੇ ਉਹੀ ਲਿਸਟ ਚੱਕ ਕੇ ਅਫਸਰਾਂ ਦੀ ਅੱਗੇ ਭੇਜਤੀ। FCR ਜਿਹੜੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਨੇ, ਕੈਪ ਸਿਨਾ, KEP ਸਿਨਾ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਆ, ਤੇ ਇਹਨਾਂ ਨੇ ਅੱਗੇ FCR ਨੇ ਯਾਨੀ ਕਿ ਕੈਪ ਸਿਨਾ ਨੇ ਇਹੀ ਲਿਸਟ ਚੱਕ ਕੇ ਬ੍ਰਹਮ ਸ਼ੰਕਰ ਜਿੰਪਾ ਨੂੰ ਭੇਜਤੀ ਜਿਹੜੇ ਪੰਜਾਬ ਦੇ ਮਾਲ ਮੰਤਰੀ ਨੇ, ਤਾਂ ਕਿ ਉਹ ਦੇਖ ਸਕਣ। ਪਰ ਇਸ ਦੌਰਾਨ ਜਿਸ ਤਰ੍ਹਾਂ ਦਾ ਬਿਆਨ ਆਇਆ ਅੱਜ ਪੰਜਾਬ ਦੇ ਮਾਲ ਮੰਤਰੀ ਦਾ, ਰੈਵਨਿਊ ਡਿਪਾਰਟਮੈਂਟ ਇਸ ਮਹਿਕਮੇ ਦੇ ਮਿਨਿਸਟਰ ਦਾ, ਉਹ ਆਪਣੇ ਆਪ ਦੇ ਵਿੱਚ ਥੋੜ੍ਹਾ ਹੈਰਾਨ ਕਰਨ ਵਾਲਾ। ਉਹ ਕਹਿੰਦੇ ਜੇ ਐਵੀਡੈਂਸ ਨਹੀਂ ਹੋਊਗਾ ਇਹਨਾਂ ਦੇ ਖਿਲਾਫ ਜਾਂ ਕੋਈ ਸਬੂਤ ਨਹੀਂ ਹੋਊਗਾ, ਪ੍ਰਮਾਣ ਨਹੀਂ ਹੋਣਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਊਗੀ। ਠੀਕ ਗੱਲ ਆ, ਪਰ ਨਾਲ ਦੀ ਨਾਲ ਇੱਥੋਂ ਇਹ ਮਹਿਸੂਸ ਹੋ ਰਿਹਾ ਕਿ ਕਿਤੇ ਨਾ ਕਿਤੇ ਕੁਝ ਵੱਡੇ ਅਫਸਰ ਵੀ ਇਹ 'ਚ ਇਨਵੋਲਵਡ ਹੋਣੇ ਆ। ਇਹ ਤਾਂ ਹੈ ਨਹੀਂ ਕਿ ਕੇਵਲ ਤੇ ਕੇਵਲ ਪਟਵਾਰੀ ਹੋਊਗਾ ਜਾਂ ਕਾਨੂੰਗੋ ਹੋਊਗਾ, ਨਾਇਬ ਤਹਿਸੀਲਦਾਰ ਹੋਊਗਾ ਜਾਂ ਤਹਿਸੀਲਦਾਰ ਹੋਊਗਾ। ਵੱਡੇ ਸੀਨੀਅਰ ਅਫਸਰ ਵੀ ਹੋਣਗੇ, ਉਹਨਾਂ ਨੂੰ ਸ਼ਾਇਦ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਅੱਜ ਅਸੀਂ ਦੇਖਾਂਗੇ ਕਿ ਕੀ ਵਿਜੀਲੈਂਸ ਬਿਊਰੋ ਦੀ ਜਾਂ ਪੰਜਾਬ ਸਰਕਾਰ ਦੀ ਦਸ਼ਾ ਜਾਂ ਦਿਸ਼ਾ ਜਾਂ ਮਨਸ਼ਾ ਉਹਨਾਂ ਦੀ ਕਰਪਸ਼ਨ ਨੂੰ ਖਤਮ ਕਰਨ ਲਈ ਕੀ ਉਹ ਠੀਕ ਪਾਸੇ ਜਾ ਰਹੇ ਨੇ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਵਿਜੇ ਕੁਮਾਰ ਜੰਜੂਆ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਕਿ 30 ਜੂਨ ਨੂੰ ਇਹ ਰਿਟਾਇਰ ਹੋਣ ਜਾ ਰਹੇ ਨੇ। ਪੰਜਾਬ ਦੇ ਚੀਫ ਸੈਕਟਰੀ ਨੇ। ਪੰਜਾਬ ਦੇ ਅਫਸਰਾਂ ਦਾ, ਬਿਊਰੋਕ੍ਰੇਸੀ ਦਾ ਸਭ ਤੋਂ ਵੱਡਾ ਅਹੁਦਾ ਹੁੰਦਾ ਔਰ ਇਹਨਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਲਈ ਅਪਲਾਈ ਕਰਤਾ ਔਰ ਲੱਗ ਇਹ ਰਿਹਾ ਕਿ ਉਹ ਕਲੀਅਰ ਹੋ ਜਾਏਗਾ ਔਰ ਇਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਯਾਨੀ ਕਿ PPSC ਦੇ ਚੇਅਰਮੈਨ ਬਣ ਜਾਣਗੇ। ਪਰ ਕੀ
ਜਾਣ ਤੋਂ ਪਹਿਲਾਂ ਇਹ ਸਾਰੀਆਂ ਉਹ ਪ੍ਰਵਾਨਗੀਆਂ ਦੇ ਜਾਣਗੇ ਜਿਹੜੀਆਂ ਕਿ ਪੈਂਡਿੰਗ ਪਈਆਂ। ਤੁਹਾਨੂੰ ਪਤਾ ਹੋਣਾ ਕਿ ਕਰਪਸ਼ਨ ਆ ਜਿਹੜਾ ਜਾਂ ਭ੍ਰਿਸ਼ਟਾਚਾਰ ਆ, ਇਸ ਸਰਕਾਰ ਦਾ ਸਭ ਤੋਂ ਪਹਿਲ ਦੇ ਆਧਾਰ ਤੇ ਮੁੱਦਾ ਬਣਿਆ ਹੋਇਆ, ਤੇ ਅੱਜ ਤੱਕ ਵੀ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਸੇ ਗੱਲ ਦਾ ਖਦਸ਼ਾ ਜਾਂ ਉਹਨਾਂ ਨੂੰ ਇਸੇ ਗੱਲ ਦਾ ਰੋਸ ਆ ਕਿ ਸਾਨੂੰ ਪ੍ਰਵਾਨਗੀਆਂ ਨਹੀਂ ਮਿਲਦੀਆਂ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 30 ਜੂਨ ਨੂੰ ਇਹਨਾਂ ਨੇ ਰਿਟਾਇਰ ਹੋ ਜਾਣਾ ਔਰ ਇਹਨਾਂ ਨੂੰ ਨਵੀਂ ਅਸਾਈਨਮੈਂਟ ਮਿਲ ਜਾਣੀ ਆ, ਤੇ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰਵਾਨਗੀਆਂ ਪਈਆਂ ਨੇ ਪੰਜਾਬ ਦੇ ਅਫਸਰਾਂ ਦੀਆਂ, ਪੰਜਾਬ ਦੇ ਵੱਖਰੇ ਵੱਖਰੇ ਮਹਿਕਮਿਆਂ ਦੀਆਂ। ਉਹ ਜਾਣ ਤੋਂ ਪਹਿਲਾਂ ਇਹ ਕਲੀਅਰ ਕਰ ਜਾਣਗੇ। ਹਾਲਾਂਕਿ ਆਪਾਂ ਨੂੰ ਪਤਾ ਕਿ ਇਹਨਾਂ ਕੋਲੇ ਸਮਾਂ ਨਹੀਂ ਕੁਝ ਜ਼ਿਆਦਾ ਬਚਿਆ। ਜੇ ਤੁਸੀਂ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਗੱਲ ਕਰੋ, ਉਸ ਦੇ ਵਿੱਚ 17A ਤੇ ਦੂਸਰੀ ਧਾਰਾ ਹੈ 19। ਇੱਕ ਦੇ ਵਿੱਚ ਹੁੰਦੀ ਆ ਕਿ ਕਿਸੇ ਨੂੰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਦੇਣੀ, ਤੇ ਇੱਕ ਦੇ ਵਿੱਚ ਹੁੰਦੀ ਹੈ ਜਾਂਚ ਦੀ, ਇਨਵੈਸਟੀਗੇਸ਼ਨ ਦੀ ਸੈਂਕਸ਼ਨ ਦੇਣੀ। ਤੇ ਲਗਾਤਾਰ ਵਿਜੀਲੈਂਸ ਬਿਊਰੋ ਇਹ ਕੋਸ਼ਿਸ਼ ਕਰ ਰਿਹਾ ਜਾਂ ਲਗਾਤਾਰ ਰੌਲਾ ਇਹ ਪਾਉਂਦਾ, ਹਾਲਾਂਕਿ ਉਹ ਖੁੱਲ੍ਹ ਕੇ ਗੱਲ ਨਹੀਂ ਕਰਦੇ, ਪਰ ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਉਂਕਿ ਪ੍ਰਵਾਨਗੀਆਂ ਨਹੀਂ ਮਿਲਦੀਆਂ ਇਸ ਕਰਕੇ ਅਸੀਂ ਜਾਂਚਾਂ ਨਹੀਂ ਕਰ ਸਕਦੇ। ਦੇਖਿਆ ਜਾਵੇ ਤਾਂ ਇੱਕ ਬੜੀ ਵੱਡੀ ਐਗਜ਼ਾਮਪਲ ਆ, ਬਹੁਤ ਸਾਰੇ ਅਫਸਰ ਆ ਜਿਨ੍ਹਾਂ ਦੇ ਖਿਲਾਫ, ਪਹਿਲਾਂ ਤਾਂ ਮੈਂ ਤੁਹਾਨੂੰ ਮਹਿਕਮੇ ਦੱਸ ਦਿੰਦਾ, ਚਾਹੇ ਉਹ ਇਰੀਗੇਸ਼ਨ ਸਕੈਮ ਚੱਲ ਰਿਹਾ ਹੋਵੇ, ਉਹਦੇ ਵਿੱਚ ਵੀ ਬਹੁਤ ਸਾਰੇ ਹਜੇ ਵੀ ਇਸ ਤਰ੍ਹਾਂ ਦੇ ਅਫਸਰ ਨੇ ਜਿਨ੍ਹਾਂ ਦੇ ਖਿਲਾਫ ਪ੍ਰਵਾਨਗੀਆਂ ਪਈਆਂ ਨੇ। ਇਰੀਗੇਸ਼ਨ ਤੋਂ ਇਲਾਵਾ ਜੰਗਲਾਤ ਦਾ ਮਹਿਕਮਾ, ਫੋਰੈਸਟ ਮਹਿਕਮਾ ਹੈ, ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮਾ ਹੈ, ਪੂਡਾ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਇਹ ਵੀ ਮਹਿਕਮਾ ਹੈ। ਇਸੇ ਤਰ੍ਹਾਂ ਬਾਗਬਾਨੀ ਜਿਹਨੂੰ ਅਸੀਂ ਹਾਰਟੀਕਲਚਰ ਮਹਿਕਮਾ ਕਹਿ ਦਿੰਦੇ ਹਾਂ, ਇਹਦੇ ਵੀ ਅਫਸਰਾਂ ਦੇ ਖਿਲਾਫ ਕਈ ਤਰ੍ਹਾਂ ਦੀਆਂ ਹਜੇ ਪ੍ਰਵਾਨਗੀਆਂ ਪਈਆਂ ਨੇ, ਉਹ ਕਲੀਅਰ ਨਹੀਂ ਹੋਈਆਂ। ਇਸੇ ਤਰ੍ਹਾਂ ਗਮਾਡਾ ਗ੍ਰੇਟਰ ਮੋਹਾਲੀ ਅਥਾਰਟੀ ਡਿਵੈਲਪਮੈਂਟ ਅਥਾਰਟੀ, ਇਸ ਉੱਤੇ ਵੀ ਹਜੇ ਪਈਆਂ ਨੇ, ਇਹਦੀਆਂ ਵੀ ਪ੍ਰਵਾਨਗੀਆਂ ਪਈਆਂ ਨੇ। ਫਿਰ PSIEC ਇਸ ਮਹਿਕਮੇ ਦੀਆਂ ਵੀ ਪਈਆਂ ਨੇ। ਔਰ ਉਸ ਤੋਂ ਬਾਅਦ ਰੈਵਨਿਊ ਮਹਿਕਮਾ ਹੈ, ਇਸ ਤੋਂ ਇਲਾਵਾ ਫੂਡ ਐਂਡ ਸਿਵਲ ਸਪਲਾਈਜ਼ ਦਾ ਮਹਿਕਮਾ ਹੈ, ਤੇ ਪੁਲਿਸ ਦਾ ਮਹਿਕਮਾ ਤਾਂ ਹੈ ਹੀ ਆ। ਤੁਹਾਨੂੰ ਯਾਦ ਹੋਣਾ ਰਾਜਜੀਤ ਸਿੰਘ ਸਾਬਕਾ AIG SSP ਵੀ ਰਹੇ ਆ, ਇੱਕ ਦਿਨ ਦੇ ਵਿੱਚ 311 ਦੇ ਅਧੀਨ ਸੰਵਿਧਾਨ ਦੀ ਉਹ ਧਾਰਾ ਜਿਸ ਦੇ ਅਧੀਨ ਰਾਜਜੀਤ ਸਿੰਘ ਤੇ ਕਾਰਵਾਈ ਹੋਈ ਸੀ, ਤੇ ਇੱਕੋ ਦਿਨ ਡਿਸਮਿਸਲ ਹੋ ਗਿਆ ਸੀ, ਬਰਖਾਸਤਗੀ ਹੋ ਗਈ ਸੀ। ਕਹਿਣ ਦਾ ਭਾਵ ਕੇਵਲ ਇੰਨਾ ਕਿ ਜੇ ਸਰਕਾਰ ਦੀ ਮਨਸ਼ਾ ਹੋਵੇ ਤਾਂ ਇਹ ਕੰਮ ਹੋ ਸਕਦਾ, ਜੇ ਸਰਕਾਰ ਦੀ ਇੱਛਾ ਸ਼ਕਤੀ ਨਾ ਹੋਵੇ ਤਾਂ ਫਿਰ ਜਿੰਨਾ ਚਿਰ ਮਰਜ਼ੀ ਲਟਕਾਈ ਜਾਓ। ਕਿਉਂਕਿ ਬਾਅਦ ਦੇ ਵਿੱਚ ਇਹੀ ਮਾਮਲੇ ਸੈਕਟਰੀ ਵਿਜੀਲੈਂਸ ਕੁਮਾਰ ਰਾਹੁਲ ਨੇ ਉਹਨਾਂ ਕੋਲੇ ਜਾਣਗੇ। ਉਹਨਾਂ ਨੇ ਵੀ ਹਜੇ ਤੱਕ ਇਸ ਉੱਤੇ ਕੀ ਕੰਮ ਕੀਤਾ ਆਪਾਂ ਨੂੰ ਪਤਾ ਨਹੀਂ। ਸੋ ਕਹਿਣ ਦਾ ਭਾਵ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਜਦੋਂ ਅਪਰੋਚ ਕਰਦਾ ਸੀ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇੰਸਟਰਕਸ਼ਨਸ ਆਉਂਦੀਆਂ ਸੀ, ਤਾਂ VK ਜੰਜੂਆ, ਵਿਜੇ ਕੁਮਾਰ ਜੰਜੂਆ, ਸਾਰੇ ਪ੍ਰਿੰਸੀਪਲ ਸੈਕਟਰੀਜ਼, ਸਾਰੇ ਫਾਈਨੈਂਸ਼ੀਅਲ ਕਮਿਸ਼ਨਰਸ ਜਾਂ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਸੀ, ਇਹਨਾਂ ਸਾਰਿਆਂ ਦੀ ਬੈਠਕਾਂ ਬੁਲਾ ਕੇ ਇਹਨਾਂ ਨੂੰ ਹਦਾਇਤਾਂ ਜਾਰੀ ਕਰਦੇ ਸੀ ਕਿ ਤੁਸੀਂ ਪ੍ਰਵਾਨਗੀਆਂ ਦਿਓ। ਤੇ ਜੇ ਇਹਨਾਂ ਲੋਕਾਂ ਨੇ ਪ੍ਰਵਾਨਗੀਆਂ ਨਹੀਂ ਦਿੱਤੀਆਂ, ਆਪਣਾ ਸਮਾਂ ਪੂਰਾ ਕਰਵਾ ਲਿਆ, ਤੇ ਫਿਰ ਇਹਨਾਂ ਪ੍ਰਿੰਸੀਪਲ ਸੈਕਟਰੀਜ਼ ਨੂੰ, ਇਹਨਾਂ ਹੈਡਸ ਆਫ ਦਾ ਡਿਪਾਰਟਮੈਂਟਸ ਨੂੰ, ਜਿੰਨੇ ਵੀ ਮਹਿਕਮਿਆਂ ਦੇ ਹੈੱਡ ਨੇ, ਮੁਖੀ ਨੇ, ਇਹਨਾਂ ਨੂੰ ਚਾਰਜ ਸ਼ੀਟ ਕਿਉਂ ਨਹੀਂ ਕਰਨਾ ਚਾਹੀਦਾ? ਕਿਉਂ ਇਹ ਫਾਈਲਾਂ ਤੇ ਬੈਠੇ ਰਹੇ? ਕਿਉਂ ਇਹਨਾਂ ਨੇ ਹਾਂ ਜਾਂ ਨਾ ਕੀਤੀ? ਘੱਟੋ ਘੱਟ ਇਸ ਦਾ ਜਾਇਜ਼ਾ ਜ਼ਰੂਰ ਲਿਆ ਜਾਣਾ ਚਾਹੀਦਾ, ਤਾਂ ਕਿ ਇਹਨਾਂ ਦੇ ਉੱਤੇ ਜਿੰਨੀ ਦੇਰ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਤੇ ਉਦਾਹਰਨ ਸੈੱਟ ਨਹੀਂ ਹੋ ਸਕਦੀ। ਔਰ ਆਪਾਂ ਨੂੰ ਪਤਾ ਕਿ ਵਾਤਾਵਰਨ ਕਿੰਨਾ ਖਰਾਬ ਹੋ ਚੁੱਕਾ। ਤੁਸੀਂ ਰੈਵਨਿਊ ਮਹਿਕਮਿਆਂ 'ਚ ਚਲੇ ਜਾਓ, ਤੁਸੀਂ ਥੱਲੇ ਚਲੇ ਜਾਓ, ਪੂਡਾ ਦੇ ਦਫ਼ਤਰ ਚਲੇ ਜਾਓ, ਗਮਾਡਾ ਦੇ ਦਫ਼ਤਰ ਚਲੇ ਜਾਓ, ਤੁਸੀਂ ਪੁਲਿਸ ਮਹਿਕਮੇ ਚਲੇ ਜਾਓ, ਤੁਹਾਨੂੰ ਅਕਸਰ ਛੋਟੇ ਤੋਂ ਵੱਡੇ ਅਧਿਕਾਰੀ ਅਕਸਰ ਉਹ ਪੁਲਿਸ ਦੇ ਮਹਿਕਮੇ 'ਚ ਥਾਣਿਆਂ ਦੇ ਵਿੱਚ ਪੈਸੇ ਮੰਗਦੇ ਹੋਏ ਦਿਖਾਈ ਦਿੰਦੇ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਰੈਵਨਿਊ ਮਹਿਕਮੇ ਦੀ ਵੀ ਐਗਜ਼ਾਮਪਲ ਦਿੱਤੀ ਹੈ, ਜਾਂ ਹੋਰ ਬੜੇ ਮਹਿਕਮੇ ਫੂਡ ਐਂਡ ਸਿਵਲ ਸਪਲਾਈਜ਼ ਦੇ, ਜਿੰਨੇ ਤੁਸੀਂ ਮਹਿਕਮੇ ਆ, ਜਿਹੜੇ ਲੋਕ ਪਬਲਿਕ ਦੇ ਨਾਲ ਸਿੱਧੀ ਡੀਲਿੰਗ ਕਰਦੇ ਨੇ, ਜਿਹੜੇ ਅਫਸਰ, ਅਧਿਕਾਰੀ, ਕਰਮਚਾਰੀ, ਉਹ ਕਿਤੇ ਨਾ ਕਿਤੇ ਪੈਸੇ ਲੈ ਰਹੇ ਹੁੰਦੇ ਆ। ਹਜੇ ਤੱਕ ਜੇ ਆਪਾਂ ਇਹ ਕਹਿ ਦਈਏ ਕਿ ਇਹ ਸਾਰਾ ਕੁਝ ਖਤਮ ਹੋਇਆ, ਇਹ ਖਤਮ ਨਹੀਂ ਹੋਇਆ। ਹੁਣ ਜੇ ਤੁਸੀਂ ਆਪਣੀ ਪੰਜਾਬ ਵਿਜੀਲੈਂਸ ਬਿਊਰੋ 'ਤੇ ਜਿਵੇਂ ਆ ਜਾ, ਤੇ ਜੇ ਆਪਣੀ ਸਿਰਫ ਇਹ ਸਾਰੀ ਆਪਣੀ ਮੁਹਿੰਮ ASI, ਮੁਨਸ਼ੀਆਂ, ਪਟਵਾਰੀਆਂ, ਕਾਨੂੰਗੋ ਤੱਕ ਜਾਂ ਇਹਨਾਂ ਲੋਕਾਂ ਤੱਕ, ਜੂਨੀਅਰ ਇੰਜੀਨੀਅਰਸ ਤੱਕ ਹੀ ਸੀਮਿਤ ਰੱਖਣਾ ਚਾਹੁੰਦੇ ਹੋ, ਫਿਰ ਤਾਂ ਠੀਕ ਆ। ਪਰ ਕਾਰਨ ਇਹਨਾਂ ਦਾ ਇਹ ਆ ਕਿ ਇਹਨਾਂ ਤੋਂ ਜਿਹੜੇ ਵੱਡੇ ਅਧਿਕਾਰੀ ਨੇ ਉਹ ਕਿਤੇ ਨਾ ਕਿਤੇ ਭੱਜੇ ਹੋਏ ਨੇ, ਉਹ ਕਿਤੇ ਨਾ ਕਿਤੇ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੀ ਗ੍ਰਿਫਤ ਤੋਂ ਬਾਹਰ ਨੇ। ਇਸੇ ਕਰਕੇ ਤੁਸੀਂ ਦੇਖੋ ਜਿਹੜੇ
ਆਮ ਅਮੂਮਨ ਜਿਹੜੇ ਨਿਚਲੇ ਲੈਵਲ ਦੇ ਵੀ ਅਧਿਕਾਰੀ ਹੁੰਦੇ ਨੇ ਜਾਂ ਮੀਡੀਅਮ ਲੈਵਲ ਦੇ ਮੱਧਮ ਲੈਵਲ ਦੇ ਅਧਿਕਾਰੀ ਹੁੰਦੇ ਨੇ, ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਕਿ ਤੁਸੀਂ ਵੱਡੇ ਅਧਿਕਾਰੀਆਂ ਦੇ ਖਿਲਾਫ ਤਾਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ। ਹੁਣ ਤੁਸੀਂ ਦੇਖੋ, ਚਾਹੇ ਉਹ ਆਈਐਸ ਅਫਸਰ ਨੇ, ਚਾਹੇ ਉਹ ਆਈਪੀਐਸ ਅਫਸਰ ਨੇ, ਚਾਹੇ ਉਹ ਪੀਸੀਐਸ ਅਫਸਰ ਨੇ, ਚਾਹੇ ਉਹ ਪੀਪੀਐਸ ਅਫਸਰ ਨੇ, ਇਹਨਾਂ ਤੇ ਅਧਿਕਾਰੀ ਨੂੰ, ਔਰ ਆਪਾਂ ਨੂੰ ਇਹ ਵੀ ਪਤਾ ਕਿ ਜ਼ਿਲ੍ਹਾ ਲੈਵਲ ਤੇ ਡਿਪਟੀ ਕਮਿਸ਼ਨਰਸ ਹੁੰਦੇ ਨੇ ਜਾਂ ਐਸਐਸਪੀਜ਼ ਹੁੰਦੇ ਨੇ, ਕਿ ਇਹਨਾਂ ਦੇ ਖਿਲਾਫ ਕਿ ਕਿਸੇ ਤਰ੍ਹਾਂ ਦੀ ਕਾਰਵਾਈ ਹੋਈ? ਕਿਤੇ ਇਹ ਤੁਹਾਨੂੰ ਲੱਗਦਾ ਕਿ ਜਿੰਨੇ ਡਿਪਟੀ ਕਮਿਸ਼ਨਰ ਨੇ ਜਾਂ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੇ ਜਾਂ ਜਿਹੜੇ ਕਮਿਸ਼ਨਰਸ ਵੀ ਬੈਠੇ ਨੇ, ਜਿੱਥੇ ਕਮਿਸ਼ਨਰ ਸਿਸਟਮ ਆ, ਇਹ ਸਾਰੇ ਵਧੀਆ ਕੰਮ ਕਰ ਰਹੇ ਨੇ, ਇੱਥੇ ਕਿਸੇ ਤਰ੍ਹਾਂ ਦੀ ਕੋਈ ਕਰਪਸ਼ਨ ਨਹੀਂ ਹੈ? ਇਸ ਤੋਂ ਇਲਾਵਾ ਉੱਤੇ ਵੀ ਆ ਜਾਓ ਤੁਸੀਂ, ਚਾਹੇ ਉਹ ਐਡੀਸ਼ਨਲ ਚੀਫ ਸੈਕਟਰੀਜ਼ ਨੇ, ਚਾਹੇ ਉਹ ਪ੍ਰਿੰਸੀਪਲ ਸੈਕਟਰੀ ਨੇ ਜਾਂ ਹੋਰ ਉੱਚ ਅਧਿਕਾਰੀ ਨੇ, ਡਾਇਰੈਕਟਰ ਲੈਵਲ ਦੇ ਅਧਿਕਾਰੀ ਨੇ, ਕਿ ਇਹਨਾਂ ਬਾਰੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਹੈ? ਜਿੰਨੀ ਦੇਰ ਤੱਕ ਤੁਸੀਂ ਉੱਤੇ ਹੱਥ ਨਹੀਂ ਪਾਉਂਦੇ, ਉਨੀ ਦੇਰ ਤੱਕ ਜੇ ਤੁਸੀਂ ਸਮਝਦੇ ਹੋ ਕਿ ਕਰਪਸ਼ਨ ਬਿਲਕੁਲ ਖਤਮ ਹੋ ਜੂਗੀ, ਤੇ ਫਿਰ ਮੈਨੂੰ ਲੱਗਦਾ ਕਿਸੇ ਨਾ ਕਿਸੇ ਤਰ੍ਹਾਂ ਦੇ ਭੁਲੇਖੇ ਚੋਂ। ਹੁਣ ਮੈਂ ਤੁਹਾਨੂੰ ਥੋੜ੍ਹੇ ਜਿਹੇ ਐਗਜ਼ਾਮਪਲਸ ਦਿੰਦਾ। ਤੁਸੀਂ ਛੋਟੇ ਅਧਿਕਾਰੀ ਨੂੰ ਤਾਂ ਬਹੁਤ ਜਲਦੀ ਫੜ ਲੈਂਦੇ ਹੋ। ਨੀਲਮਾ PSIEC ਦੇ ਉਸ ਸਕੈਮ ਦੇ ਵਿੱਚ ਉਹਦਾ FIR ਦੇ ਵਿੱਚ ਨਾਮ ਦਰਜ ਆ ਉਸ IAS ਅਧਿਕਾਰੀ ਦਾ। ਅੱਜ ਤੱਕ ਪੰਜਾਬ ਵਿਜੀਲੈਂਸ ਬਿਊਰੋ ਨੇ ਕਦੇ ਬੁਲਾਇਆ ਨਹੀਂ ਉਹਨਾਂ ਨੂੰ। ਇਸੇ ਤਰ੍ਹਾਂ ਤੁਸੀਂ ਦੇਖੋ, ਰਜੇਸ਼ ਧੀਮਾਨ ਜਿਹੜੇ ਡਿਪਟੀ ਕਮਿਸ਼ਨਰ ਨੇ ਇਸ ਟਾਈਮ ਫਿਰੋਜ਼ਪੁਰ ਦੇ, ਉਹਨਾਂ ਦੀ ਪਤਨੀ ਦਾ ਨਾਮ ਵੀ ਆ ਰਿਹਾ, ਉਹਨਾਂ ਦਾ ਵੀ ਨਾਮ ਆ ਰਿਹਾ, ਉਹਨਾਂ ਨੂੰ ਵੀ ਕਿਸੇ ਨੇ ਨਹੀਂ ਅੱਜ ਤੱਕ ਬੁਲਾਇਆ। FIR ਦੇ ਵਿੱਚ ਉਹਨਾਂ ਦੀ ਪਤਨੀ ਦਾ ਨਾਮ ਵੀ ਆ ਗਿਆ। ਇਸੇ ਤਰ੍ਹਾਂ ਐਕਸਾਈਜ਼ ਕਮਿਸ਼ਨਰ ਨੇ ਜਿਨ੍ਹਾਂ ਦਾ ਨਾਮ ਵਰੁਣ ਰੂਜਮ ਆ, ਉਹਨਾਂ ਦੀ ਪਤਨੀ ਦਾ ਨਾਮ ਵੀ ਉਸ ਕੇਸ ਦੇ ਵਿੱਚ ਆ ਰਿਹਾ, ਜਿਹੜੇ ਇਹਨਾਂ ਨੇ ਅਮਰੂਦਾਂ ਦੇ ਬਾਗ ਖਰੀਦ ਲਏ ਸੀ, ਉਸ ਤੋਂ ਬਾਅਦ ਉਹਨਾਂ ਦਾ ਮੁਆਵਜ਼ਾ ਲੈ ਲਿਆ ਸੀ, ਕਦੇ ਨਹੀਂ ਇਹਨਾਂ ਨੂੰ ਬੁਲਾਇਆ ਗਿਆ। ਉੱਥੇ ਵੀ ਵਿਜੀਲੈਂਸ ਬਿਊਰੋ ਆ ਜਿਹੜਾ ਉਹ ਪਿੱਛੇ ਨੂੰ ਪੈਰ ਖਿੱਚਦਾ, ਉੱਥੇ ਤੱਕ ਜਾਣ ਦੀ ਹਿੰਮਤ ਹੀ ਨਹੀਂ ਕਰਦਾ। ਪੁਲਿਸ ਅਫਸਰਾਂ ਤੇ ਆ ਜਾਓ, DIG ਇੰਦਰਬੀਰ ਸਿੰਘ ਆ। DIG ਇੰਦਰਬੀਰ ਸਿੰਘ ਫਿਰੋਜ਼ਪੁਰ ਰਹੇ ਨੇ, ਫਿਰੋਜ਼ਪੁਰ ਰੇਂਜ ਦੇ ਵਿੱਚ ਸੀ, ਤੇ ਉਹਨਾਂ ਦਿਨਾਂ ਦੇ ਵਿੱਚ, ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ, ਬੜੇ ਇਹਨਾਂ ਤੇ ਇਲਜ਼ਾਮ ਲੱਗੇ ਸੀ। DSP ਲੈਵਲ ਦੇ ਅਧਿਕਾਰੀ ਨੇ, ਸਬ ਇੰਸਪੈਕਟਰ ਲੈਵਲ ਦੇ ਅਧਿਕਾਰੀ ਨੇ ਇਹਨਾਂ ਤੇ ਇਲਜ਼ਾਮ ਲਾਏ ਸੀ ਕਿ ਕਿਸੇ ਤਸਕਰ ਨੂੰ, ਸਮਗਲਰ ਨੂੰ ਛੱਡਣ ਲਈ ਇਹਨਾਂ ਨੇ ਵੀ ਵਿੱਚੋਂ ਪੈਸੇ ਲਏ, ਔਰ ਇਹਨਾਂ ਤੇ ਇਹ ਵੀ ਇਲਜ਼ਾਮ ਸੀ ਕਿ ਇਹਨਾਂ ਨੇ ਆਪਣੇ ਹੀ ਪੁਲਿਸ ਮਹਿਕਮੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ, ਬਲਕਿ ਪੈਸੇ ਲੈ ਵੀ ਗਏ ਆ। ਇਹ ਸਬ ਇੰਸਪੈਕਟਰ ਦੇ ਇਲਜ਼ਾਮ ਆ। ਪਰ ਅੱਜ ਤੱਕ ਵਿਜੀਲੈਂਸ ਬਿਊਰੋ ਨੇ ਪੁੱਛਗਿੱਛ ਜ਼ਰੂਰ ਕੀਤੀ ਆ, ਕੋਈ ਅੱਗੇ ਤਾਂ ਇਸ ਕੇਸ ਦੇ ਵਿੱਚ ਵਧੇ ਵੀ ਨਹੀਂ, ਕਦੇ ਇਹਨਾਂ ਨੂੰ ਬੁਲਾ ਕੇ ਜਾਂ ਕਿਸੇ ਤਰ੍ਹਾਂ ਹੋਰ ਇਸ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਨਹੀਂ ਹੋਈ। ਇਸੇ ਤਰ੍ਹਾਂ ਤੁਸੀਂ ਦੇਖੋ ਫਰੀਦਕੋਟ ਦੇ ਵਿੱਚ ਵੀ ਪੈਸੇ ਲੈ ਗਏ। ਇੱਕ SP ਜਾਂ DSP ਲੈਵਲ ਦੇ ਅਧਿਕਾਰੀ ਤੇ ਤਾਂ ਕਾਰਵਾਈ ਹੋ ਗਈ, ਉਹਨਾਂ ਦੀਆਂ ਬਦਲੀਆਂ ਹੋ ਗਈਆਂ, ਪਰ ਉੱਥੋਂ ਦੇ DIG ਸੁਰਜੀਤ ਸਿੰਘ ਜਾਂ ਉੱਥੋਂ ਦੇ IG PK ਯਾਦਵ, ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਤੇ ਫਿਰ ਤੁਸੀਂ ਆਪ ਦੇਖੋ, ਇਸੇ ਵਿਜੀਲੈਂਸ ਬਿਊਰੋ ਤੇ, ਮਹਿਕਮੇ ਤੇ, ਇਸ ਬਿਊਰੋ ਤੇ ਹਰ ਤਰ੍ਹਾਂ ਦੇ ਸ਼ੱਕ ਪੈਦਾ ਹੁੰਦੇ ਨੇ। ਦਰਅਸਲ ਗੱਲ ਇਹ ਆ ਕਿ ਜਿੰਨੀ ਦੇਰ ਤੱਕ ਪਰਨਾਲਾ ਉੱਤੋਂ ਵਗਦਾ, ਜਿੰਨੀ ਦੇਰ ਤੱਕ ਉਹ ਪਰਨਾਲੇ ਨੂੰ ਉੱਤੋਂ ਨਹੀਂ ਤੁਸੀਂ ਠੀਕ ਕਰੋਗੇ, ਜਾਂ ਸਿਰਫ ਨਿਚਲੇ ਅਧਿਕਾਰੀਆਂ ਨੂੰ ਜੋ ਪਹਿਲਾਂ ਵੀ ਹੁੰਦਾ ਆ ਰਿਹਾ ਸੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰੋਗੇ, ਜਿਹੜਾ ਸੋਰਸ ਆ, ਜਿਹੜਾ ਸਰੋਤ ਆ, ਉਸ ਨੂੰ ਬੰਦ ਨਹੀਂ ਕਰੋਗੇ, ਇਹ ਤੁਹਾਡੀ ਕਰਪਸ਼ਨ ਖਤਮ ਨਹੀਂ ਹੋਣੀ। ਇਸੇ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਸਿਰਫ ਥੱਲੇ ਵਾਲੇ ਅਧਿਕਾਰੀਆਂ ਨੂੰ ਜਾਂ ਨਿਚਲੇ ਅਧਿਕਾਰੀਆਂ ਨੂੰ, ਕਰਮਚਾਰੀਆਂ ਨੂੰ ਡਰਾ ਕੇ, ਕੇਸ ਕਰਕੇ, ਉਹਨਾਂ ਨੂੰ ਫੜ ਕੇ, ਇਸੇ ਕਰਕੇ ਉਹਨਾਂ ਦੇ ਵੀ ਹੌਸਲੇ ਬੁਲੰਦ ਹੋ ਜਾਂਦੇ ਨੇ, ਉਹ ਵੀ ਸਟ੍ਰਾਈਕ ਕਰ ਦਿੰਦੇ ਨੇ, ਸਟ੍ਰਾਈਕ ਤੇ ਚਲੇ ਜਾਂਦੇ ਨੇ। ਉਹਨਾਂ ਨੂੰ ਪਤਾ ਕਿ ਜੇ IAS ਅਫਸਰਾਂ ਨੂੰ ਨਹੀਂ ਫੜਦੇ ਤੇ ਫਿਰ ਸਾਡੇ ਤੇ ਕਾਰਵਾਈ ਕਿਉਂ ਕਰਦੇ ਹੋ? ਇਹ ਸਾਰਾ ਕੁਝ ਤਾਂ ਉੱਪਰ ਤੱਕ ਚੱਲਦਾ। ਸੋ ਇਸ ਕਰਕੇ ਹੁਣ ਤੁਸੀਂ ਦੇਖੋ, ਈਵਨ ਕਿ ਜਿਹੜਾ ਅਮਰੂਦਾਂ ਵਾਲਾ ਜਿਹਦੇ ਵਿੱਚ ਕੇਸ ਆ, ਉਹਦੇ ਵਿੱਚ ਖੁਦ ਚੀਫ ਐਡਮਿਨਿਸਟ੍ਰੇਟਰ ਤੇ ਖੁਦ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ, ਜਿਹੜੇ ਚੀਫ ਐਡਮਿਨਿਸਟ੍ਰੇਟਰ ਸੀ ਉਹ ਵਰੁਣ ਰੂਜਮ ਰਹੇ ਨੇ, ਉਹਨਾਂ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ। ਇਸੇ ਤਰ੍ਹਾਂ ਰਜੇਸ਼ ਧੀਮਾਨ, ਉਹ ਖੁਦ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਰਹੇ ਨੇ, ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਣਗੀਆਂ ਤੇ ਫਿਰ ਤੁਸੀਂ ਆਪ ਸੋਚ ਸਕਦੇ ਹੋ ਕਿ ਕਾਰਵਾਈ ਕਿੱਧਰ ਨੂੰ ਜਾਏਗੀ। ਹੁਣ ਤੁਸੀਂ ਦੇਖੋ, ਵਿਜੀਲੈਂਸ ਬਿਊਰੋ ਨੇ ਜਿਹੜੀ ਸੋਰਸ ਰਿਪੋਰਟ ਤਿਆਰ ਕੀਤੀ ਹੈ ਇਹਨਾਂ ਰੈਵਨਿਊ ਮਹਿਕਮੇ ਦੇ ਅਫਸਰਾਂ ਦੇ ਖਿਲਾਫ, ਉਹ ਵੀ ਜਾਂ ਤਾਂ ਉਹਨਾਂ 'ਚੋਂ ਕਿਸੇ ਦੀ ਡੈਥ ਹੋ ਗਈ ਹੈ ਜਾਂ ਉੱਥੇ ਉਹ ਪੋਸਟਡ ਨਹੀਂ ਸੀ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਤਰੁੱਟੀਆਂ ਪਾਈਆਂ ਗਈਆਂ। ਜੇ ਇਹਨਾਂ ਨੇ ਵਾਕਿਆ ਵੱਡੇ ਅਫਸਰਾਂ ਦੇ ਖਿਲਾਫ, IAS, IPS, PPS ਜਾਂ ਈਵਨ ਕਿ ਡਾਕਟਰਸ ਜਾਂ ਰਿਟਾਇਰਡ ਜੱਜਿਸ, ਇਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਕਰਨੀ ਆ ਤੇ ਇਹਨਾਂ ਨੂੰ ਪਹੁੰਚਣਾ ਚਾਹੀਦਾ ਮੁੱਲਾਪੁਰ ਚੰਡੀਗੜ੍ਹ ਦੇ ਨਾਲ। ਉੱਥੇ ਤੁਸੀਂ ਦੇਖੋ IAS ਤੇ PCS ਅਫਸਰਾਂ ਦੀ ਜਾਂ ਈਵਨ ਕਿ
IPS ਅਫਸਰਾਂ ਦੀ, PPS ਅਫਸਰਾਂ ਦੀ, ਇਹਨਾਂ ਦੀ ਇੱਕ ਕਾਲੋਨੀ ਬਣੀ ਆ। ਇੱਥੇ ਪਲਾਟ ਕੱਟੇ ਗਏ ਨੇ, ਘੱਟੋ ਘੱਟ 500 ਪਲਾਟ ਕੱਟੇ ਹੋਏ ਨੇ ਬੜੇ ਮਹਿੰਗੇ ਭਾਅ 'ਤੇ। ਜਿਹੜੇ ਰੇਟ ਨੇ ਇਹਨਾਂ ਦੇ ਜ਼ਮੀਨ ਦੇ ਕੀ ਰੇਟ ਨੇ ਉਹ ਤਾਂ ਖੈਰ ਇਹ ਵਿਜੀਲੈਂਸ ਬਿਊਰੋ ਆਪ ਲੱਭ ਲੂਗੀ। ਨਾਲ ਇਹਨਾਂ 'ਤੇ ਜਿਹੜੇ ਇਹ 1 ਕਨਾਲ ਤੋਂ ਲੈ ਕੇ 2-2 ਕਨਾਲ ਤੱਕ, ਯਾਨੀ ਕਿ 500 ਗਜ ਤੋਂ ਲੈ ਕੇ 1000 ਗਜ ਦਾ ਪਲਾਟ ਆ। ਕਈਆਂ ਨੇ ਤਾਂ ਕਾਫੀ ਜ਼ਿਆਦਾ ਖਰੀਦ ਲਿਆ। ਹੁਣ ਇਸ ਉੱਤੇ 5 ਕਰੋੜ ਤੋਂ ਲੈ ਕੇ 10 ਕਰੋੜ ਜਾਂ 15 ਕਰੋੜ ਤੱਕ ਖਰਚ ਹੋਇਆ, ਜਿਹਦੇ ਵਿੱਚ ਮਾਰਬਲ, ਸੈਨੀਟੇਸ਼ਨ, ਹੋਰ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਯੂਜ਼ ਹੋਈਆਂ ਨੇ। ਇਹਨਾਂ ਅਫਸਰਾਂ ਦੀ ਜੇ 30 ਸਾਲ ਵੀ ਸਰਵਿਸ ਹੋਗੀ ਤਾਂ ਵੀ ਇਹ 5 ਕਰੋੜ ਰੁਪਈਆ ਆਪਣੇ 30 ਸਾਲਾਂ 'ਚ ਕਮਾ ਨਹੀਂ ਸਕਦੇ, ਜਿੰਨਾ ਪੈਸਾ ਇਹਨਾਂ 'ਤੇ ਲਾਇਆ ਹੋਇਆ। ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ 100 ਘਰ ਇੱਥੇ 500 ਮੈਂ ਪਲਾਟ ਕਹੇ ਸੀ, 100 ਦੇ ਵਿੱਚ ਆਲਰੇਡੀ ਇਹ ਆਕੂਪਾਈ ਹੋ ਚੁੱਕੇ ਆ ਔਰ ਲਗਭਗ 98 ਘਰ ਆ ਜਿਹੜੇ ਉਹ ਅੰਡਰ ਕੰਸਟਰਕਸ਼ਨ ਆ। ਤੇ ਅੱਜ ਵੀ 300 ਦੇ ਕਰੀਬ ਜਿਨ੍ਹਾਂ ਤੇ ਕਿਸੇ ਤਰ੍ਹਾਂ ਦੀ ਕੋਈ ਕੰਸਟਰਕਸ਼ਨ ਨਹੀਂ ਹੋ ਰਹੀ, ਕਿਉਂਕਿ ਇਹਨਾਂ 'ਚੋਂ ਬਹੁਤ ਸਾਰੇ ਅਫਸਰ ਜਿਨ੍ਹਾਂ ਨੇ ਇਹ ਖਰੀਦੇ ਨੇ ਪਲਾਟ ਉਹ ਹਜੇ ਵੀ ਸਰਵਿਸ ਕਰ ਰਹੇ ਆ, ਜਿਨ੍ਹਾਂ ਦੀ 5 ਤੋਂ ਲੈ ਕੇ 8 ਸਾਲ ਤੱਕ ਦੀ ਸਰਵਿਸ ਬਚੀ ਹੋਈ ਆ। ਹੁਣ ਇਹਨਾਂ 'ਚੋਂ ਬਹੁਤ ਸਾਰਿਆਂ ਨੂੰ ਜਦੋਂ ਪਤਾ ਲੱਗਾ ਕਿ ਹੋ ਸਕਦਾ ਸਾਡੇ ਤੇ ਵਿਜੀਲੈਂਸ ਦੀ ਗਾਜ ਡਿੱਗ ਸਕਦੀ ਆ, ਇਹਨਾਂ ਨੇ PGI ਦੇ ਡਾਕਟਰਸ, ਕਿਉਂਕਿ ਉਹਨਾਂ ਦੇ ਰਿਸੋਰਸਿਸ ਅੱਛੇ ਹੁੰਦੇ ਆ, ਉਹਨਾਂ ਨੂੰ ਵੀ ਅਪਰੋਚ ਕਰ ਲਿਆ ਕਿ ਘੱਟੋ ਘੱਟ ਇਹਨਾਂ ਨੂੰ ਵੇਚ ਕੇ ਇੱਥੋਂ ਨਿਕਲ ਜਾਓ। ਪਰ ਹਾਂ, ਵਿਜੀਲੈਂਸ ਬਿਊਰੋ ਮੁੱਲਾਪੁਰ ਦੇ ਵਿੱਚ ਜਾ ਕੇ ਉਹਨਾਂ ਪਲਾਟਸ ਦੀ ਛਾਣਬੀਨ ਕਰ ਸਕਦੀ ਆ। ਘੱਟੋ ਘੱਟ ਤੁਸੀਂ ਛਾਣਬੀਨ ਜਿਹੜੀ ਆਪਣੀ ਸੋਰਸ ਰਿਪੋਰਟ ਆ ਵਿਜੀਲੈਂਸ ਇੱਥੋਂ ਸ਼ੁਰੂ ਕਰੇ। ਇੱਥੇ ਉਹਨਾਂ ਸਾਰੇ ਅਫਸਰਾਂ ਦੇ ਨਾਮ ਲਵੇ, ਉਹਨਾਂ ਤੇ ਕਿੰਨਾ ਕਿੰਨਾ ਖਰਚਾ ਆਇਆ ਉੱਥੋਂ ਪਤਾ ਕਰੇ। ਤੁਹਾਨੂੰ ਇੱਥੋਂ ਪਤਾ ਲੱਗ ਜਾਣਾ ਕਿ ਕਿਹੜੇ ਅਫਸਰ ਆ, ਕਿੰਨੀ ਉਹਨਾਂ ਨੇ ਕਰਪਸ਼ਨ ਕੀਤੀ ਆ, ਕਿੰਨਾ ਪੈਸਾ ਲਾਇਆ, ਕਿਉਂਕਿ ਇਹ ਤਾਂ ਉਹਨਾਂ ਦੇ ਆਪਣੇ ਨਾਂ ਤੇ ਹੋਊਗਾ, ਤੇ ਕਿੰਨੀ ਉਹਨਾਂ ਨੇ ਆਪਣੀ ਤਨਖਾਹ 'ਚੋਂ ਬਚਤ ਕੀਤੀ ਆ, ਤੇ ਜਿਹੜੇ ਬਾਕੀ ਸੋਰਸ ਤੋਂ ਜਿਹੜਾ ਪੈਸਾ ਆਇਆ ਉਹ ਕਿੱਥੋਂ ਆਇਆ, ਤੇ ਤੁਹਾਨੂੰ ਸਾਰਾ ਪਤਾ ਲੱਗ ਜੂ। ਪਰ ਕੀ ਇਹ ਮਨਸ਼ਾ ਹੈ? ਮੈਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿੰਨੀ ਦੇਰ ਤੱਕ ਵਿਜੀਲੈਂਸ ਬਿਊਰੋ ਦੀ ਮਨਸ਼ਾ ਨਹੀਂ ਆ, ਪੰਜਾਬ ਸਰਕਾਰ ਦੀ ਮਨਸ਼ਾ ਨਹੀਂ ਆ ਕਿ ਵਾਕਿਆ ਕਰਪਸ਼ਨ ਇਹ ਖਤਮ ਕਰਨਾ ਚਾਹੁੰਦੇ ਆ ਪੰਜਾਬ 'ਚੋਂ, ਉਨੀ ਦੇਰ ਤੱਕ ਨਾ ਤਾਂ ਵਿਜੀਲੈਂਸ ਬਿਊਰੋ ਸਹੀ ਦਿਸ਼ਾ ਵੱਲ ਵਧੇਗੀ, ਨਾ ਹੀ ਸਰਕਾਰ ਸਹੀ ਦਿਸ਼ਾ ਵਿੱਚ ਜਾਏਗੀ, ਤੇ ਨਾ ਹੀ ਸਹੀ ਦਿਸ਼ਾ ਦੇ ਵਿੱਚ ਪ੍ਰਵਾਨਗੀਆਂ ਮਿਲਣਗੀਆਂ ਤਾਂ ਕਿ ਇਹਨਾਂ ਮਾਮਲਿਆਂ ਨੂੰ ਅੱਗੇ ਵਧਾਇਆ ਜਾ ਸਕੇ। ਔਰ ਇਸੇ ਤਰ੍ਹਾਂ ਆਪਸ ਦੇ ਵਿੱਚ ਇਸ ਤੇ ਸਿਆਸਤ ਚੱਲਦੀ ਰਹੇਗੀ ਔਰ ਲੋਕ ਸਮਝਣਗੇ ਕਿ ਸ਼ਾਇਦ ਕਿਸੇ ਨਾ ਕਿਸੇ ਤਰ੍ਹਾਂ ਕਰਪਸ਼ਨ ਤੇ ਨੱਥ ਪੈ ਜੂਗੀ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ।